ਜੀ ਆਇਆਂ ਨੂੰ ਜੀ ਆਇਆਂ ਨੂੰ ਮੇਰੇ ਨਾਲ ਗੱਲਾਂ ਬਾਤਾਂ ਕਰਨ ਵਾਲਿਓ ਸੁਣਨ ਵਾਲਿਓ ਨਮਸਕਾਰ। ਹਾਂਜੀ, ਅਸੀਂ ਗੱਲਾਂ ਕੋਸਮੈਟਿਕਸ ਵਗੈਰਾ ਦੀਆਂ ਪਿਛਲੇ 2 ਦਿਨ ਤੋਂ ਕਰ ਰਹੇ ਹਾਂ। ਇਸ ਸਾਰੇ ਏਰੀਏ ਨੂੰ ਨਾ ਕੋਸਮੈਟਿਕਸ ਤੇ ਰਿਲੇਟਡ ਨੂੰ ਅੱਜ ਕੱਲ੍ਹ ਇੱਕ ਨਵੀਂ ਟਰਮ ਵੀ ਯੂਜ਼ ਕਰਦੇ ਨੇ, ਐਸਥੈਟਿਕ ਮੈਡੀਸਨ। ਜ਼ਿਆਦਾ ਉਹੀ ਉਹ ਕਰੀਮਾਂ ਤੇ ਬੋਟਕਸ ਤੇ ਇਸ ਚੀਜ਼ਾਂ ਦੀਆਂ ਗੱਲਾਂ ਚੱਲਦੀਆਂ ਤੇ ਕਈ ਮਾਮਲਿਆਂ 'ਚ ਇਹ ਜਿਹੜੀਆਂ ਪਿਲਸ ਵਗੈਰਾ ਵੀ ਨੇ, ਐਂਟੀਆਕਸੀਡੈਂਟ ਵਗੈਰਾ, ਉਹ ਵੀ ਐਸਥੈਟਿਕ ਮੈਡੀਸਨ ਦੇ ਅੰਦਰ ਹੀ ਆਉਂਦੀਆਂ ਕਿ ਠੀਕ ਹੈ ਵੀ ਸਾਨੂੰ ਜੀ ਆਪਣੇ ਆਪ ਨੂੰ ਕੁਝ ਕਰਕੇ ਚੰਗਾ ਲੱਗਦਾ। ਮੇਰੇ ਕੱਲ੍ਹ ਦੇ 1-2 ਲੈਕਚਰਾਂ ਤੋਂ ਬਾਅਦ ਮੇਰੇ ਕੋਈ ਦੋਸਤ ਜਿਹੜੇ ਕਿ ਇੰਜੀ ਕੋਸਮੈਟਿਕ ਇੰਡਸਟਰੀ ਦੇ ਵਿੱਚ ਇਨਵੋਲਡ ਨੇ, ਉਹਨਾਂ ਦਾ ਹਾਸੇ ਹਾਸੇ ਵਿੱਚ ਇਹ ਵੀ ਮੈਨੂੰ ਕੋਈ ਕਮੈਂਟ ਆਇਆ ਕਿ ਬਈ ਯਾਰ ਤੂੰ ਸਾਡੀ ਕਿਉਂ ਬਿਜ਼ਨਸ ਬਰਬਾਦ ਕਰਨ ਲੱਗਾ ਕਿਸੇ ਕੋਸਮੈਟਿਕਸ ਨੂੰ ਭੰਡ ਕੇ। ਉਹ ਮੈਂ ਕਿਹਾ ਮੈਂ ਭੰਡਦਾ ਤੇ ਨਹੀਂ ਪਿਆ, ਪਰ ਦੂਜੇ ਪਾਸੇ ਬੜੀ ਇੰਟਰਸਟਿੰਗ ਗੱਲ ਸੀ ਕਿ ਕੋਈ ਮੇਰੇ ਦੂਜੇ ਜਿਹੜੇ ਕੋਸਮੈਟਿਕ ਇੰਡਸਟਰੀ ਦੇ ਇੱਕ ਫਰਾਂਸ ਦੀ ਬੜੀ ਵੱਡੀ ਕੰਪਨੀ ਦੀ ਚੀਫ ਸਾਇੰਟਿਸਟ ਹੈ, ਜਿਨ੍ਹਾਂ ਦਾ ਮੈਂ ਕੁਝ ਦੇਰ ਐਡਵਾਈਜ਼ਰ ਰਿਹਾ, ਉਹਨੇ ਇਹ ਗੱਲ ਨੂੰ ਪੁਆਇੰਟ ਆਊਟ ਕੀਤਾ ਕਿ ਅਸਲ 'ਚ ਨਾ ਕਈ ਵਾਰੀ ਕ੍ਰਾਈਸਿਸ ਦੇ ਸਮਿਆਂ 'ਚ ਜਦੋਂ ਲੋਕੀ ਥੋੜ੍ਹੇ ਭੈਭੀਤ ਨੇ, ਇਨਸਿਕਿਉਰ ਨੇ, ਅਨਸਰਟਨਟੀ ਹੈ, ਹਾਂਜੀ, ਉਹ ਭਾਵੇਂ ਇਕਨੋਮਿਕ ਹੋਵੇ ਅਤੇ ਅੱਜ ਕੱਲ੍ਹ ਕਰੋਨਾ ਕਰਕੇ ਕੁਝ ਜ਼ਿਆਦਾ ਹੀ ਹੈ, ਉਦੋਂ ਕੋਸਮੈਟਿਕਸ ਦਾ ਬਿਜ਼ਨਸ ਬੜਾ ਹੀ ਵੱਧ ਜਾਂਦਾ। ਸਗੋਂ ਉਹਨਾਂ ਦੀ ਮੈਕਸੀਮਮ ਸਗੋਂ ਜਿਹੜੀ ਪ੍ਰੋਫਿਟ ਮੇਕਿੰਗ ਹੈ ਉਹ ਇਹੋ ਜਿਹੇ ਮਾਹੌਲ ਦੇ ਵਿੱਚ ਹੁੰਦੀ ਹੈ ਜਦੋਂ ਥੋੜ੍ਹਾ ਜਿਹਾ ਡਰ ਪੈਂਦਾ। ਇੰਝ ਹੀ ਕਈ ਹੋਰ ਧੰਦੇ ਵੀ ਹੈਗੇ ਨੇ ਜਿਹਦੇ ਇਸ ਤਰ੍ਹਾਂ ਦੀ ਅਨਸਰਟਨਟੀ ਦੇ ਵਿੱਚ ਭੀੜਾਂ ਵੱਧ ਜਾਂਦੀਆਂ, ਲਾਈਨਾਂ ਲੱਗ ਜਾਂਦੀਆਂ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਹੋ ਜਿਹੇ ਧੰਦਿਆਂ ਬਾਰੇ ਉਹ ਇਸ਼ਾਰਾ ਕਰਦਾ ਪਿਆ। ਪਰ ਇਹ ਕੋਸਮੈਟਿਕਸ ਵਗੈਰਾ ਨੂੰ ਵਰਤਣਾ ਜਾਂ ਐਂਟੀਆਕਸੀਡੈਂਟਸ ਨੂੰ ਭੰਡਣਾ ਜਾਂ ਕੁਝ ਵੀ ਮੈਂ ਗੱਲ ਕਰਨੀ ਉਹਦੀ ਮਿਥ ਤੋੜਨੀ, ਉਹਦੇ ਪਿੱਛੇ ਮੇਰਾ ਕੋਈ ਖਾਸ ਕਿਸੇ ਚੀਜ਼ ਨੂੰ ਪੁਆਇੰਟ ਆਊਟ ਕਰਨ ਨਾਲ ਨਹੀਂ ਹੈ। ਕਿਉਂਕਿ ਜੇ ਤੁਸੀਂ ਹੁਣ ਤੱਕ ਮੇਰੀਆਂ ਕੁਝ ਗੱਲਾਂ ਸੁਣੀਆਂ ਤਾਂ ਤੁਹਾਨੂੰ ਦਿਸ ਰਿਹਾ ਹੋਏਗਾ ਕਿ ਮੈਂ ਕਿਹੜੇ ਤਰੀਕੇ ਨਾਲ ਇਹ ਗੱਲ ਵੱਧਦੀ ਪਈ ਹੈ ਅਤੇ ਮੈਂ ਕੀ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ। ਮੈਂ ਨਾ ਤਾਂ ਕਿਸੇ ਇੱਕ ਚੀਜ਼ ਨੂੰ ਜਾਂ ਇੱਕ ਤਰੀਕੇ ਨੂੰ ਐਨਮੀ, ਦੁਸ਼ਮਣ ਮੰਨ ਕੇ ਉਹਨੂੰ ਖ਼ਤਮ ਕਰਨ ਦੀ ਅਪਰੋਚ ਵਿੱਚ ਵਿਸ਼ਵਾਸ ਕਰਦਾ ਜਾਂ ਪ੍ਰੈਕਟਿਸ ਕਰਦਾ, ਜਿੰਨੀ ਕੁ ਮੈਨੂੰ ਗਿਆਨ ਪ੍ਰਾਪਤ ਹੋਇਆ ਵੀ ਸਾਇੰਸ ਦੇ ਵਿੱਚੋਂ। ਨਾ ਹੀ ਮੈਂ ਕਿਸੇ ਇੱਕ ਚੀਜ਼ ਨੂੰ ਮਿਰੇਕਲ ਡਰੱਗ ਦੇ ਰੂਪ ਦੇ ਵਿੱਚ ਸਪੋਰਟ ਕਰਦਾ। ਹਾਂਜੀ, ਮੇਰਾ ਸਾਰੀ ਟੈਂਡੈਂਸੀ ਵਧੇਗੀ ਕਿ ਕਿਵੇਂ ਅਸੀਂ ਆਪਣੀ ਜਿਹੜੀ ਬੋਡੀ ਹੈ ਹੋਲਿਸਟਿਕ ਲੈਵਲ, ਹੋਲਿਸਟਿਕ ਦਾ ਮਤਲਬ ਇਹ ਨਹੀਂ ਕਿ ਬਈ ਸਭ ਕੁਝ ਚੱਲਦਾ, ਹੋਕਸ ਪੋਕਸ ਵੀ ਚੱਲਦਾ, ਨਹੀਂ। ਹੋਲਿਸਟਿਕ ਦਾ WHOLE ਵਾਲਾ ਹੋਲ, ਕਿ ਟੋਟੈਲਿਟੀ ਦੇ ਨਾਲ, ਜਿਸ 'ਚ ਬੋਡੀ, ਮਾਈਂਡ, ਸਾਈਕੋਲੋਜੀ, ਸੋਸਾਇਟੀ ਸਾਰਾ ਕੁਝ ਆਣ ਗਿਆ। ਉਹ ਹੁਣ ਬੜੀ ਛੇਤੀ ਅਸੀਂ 1-2 ਦਿਨਾਂ ਦੇ ਵਿੱਚ ਉਸ ਵੱਲ ਵਧਣਾ ਕਿ ਕੀ ਲਾਈਫ ਸਟਾਈਲ ਦੇ ਵਿੱਚ ਅਸੀਂ ਆਪਣੇ ਕੀ ਕਰਨਾ ਹੈ, ਫਿਜ਼ੀਕਲ ਲੈਵਲ 'ਤੇ, ਆਪਣੇ ਬਿਹੇਵੀਅਰ ਲੈਵਲ 'ਤੇ, ਇਮੋਸ਼ਨਲ ਲੈਵਲ 'ਤੇ, ਸਾਈਕੋਲੋਜੀਕਲ ਲੈਵਲ 'ਤੇ ਉਹਦੀਆਂ ਗੱਲਾਂ ਵਧਣਗੀਆਂ। ਅੱਜ ਅਸੀਂ ਗੱਲ ਕਰਨੀ ਹੈ ਕਿ ਜਿਹੜੇ ਬੜੇ ਪਾਪੂਲਰ ਤਰੀਕਿਆਂ ਦੇ ਵਿੱਚ ਵਿਟਾਮਿਨਸ ਦੀ ਗੱਲ ਹੈ। ਪੰਜਾਬੀ 'ਚ ਅਸੀਂ ਉਹਨੂੰ ਹਿੰਦੁਸਤਾਨ 'ਚ ਕਈ ਵਾਰ ਵਿਟਾਮਿਨ ਵੀ ਬੋਲ ਲੈਂਦੇ ਹਾਂ, ਪਰ ਇੱਥੇ ਆਦਤ ਪਈ ਹੋਈ ਵਿਟਾਮਿਨ ਕਹਿਣ ਦੀ। ਕਿ ਇਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਕਿ ਵਿਟਾਮਿਨਸ ਉਹ ਛੋਟੇ ਛੋਟੇ ਮੋਲੀਕਿਊਲ ਹੁੰਦੇ ਨੇ ਜਿਹੜੇ ਸਾਡੇ ਸਰਵਾਈਵਲ ਦੇ ਲਈ ਬਹੁਤ ਹੀ ਜ਼ਰੂਰੀ ਨੇ ਅਤੇ ਸਿਹਤ ਦੇ ਉਮਰ ਦੇ ਹਰ ਪੜਾਅ ਦੇ ਉੱਤੇ ਉਹਨਾਂ ਦੀ ਲੋੜ ਹੁੰਦੀ ਹੈ। ਹਾਂਜੀ, ਪਰ ਉਹਦੇ ਉੱਤੇ ਵੀ ਇੰਨਾ ਕੁਝ ਗਲਤ ਪ੍ਰੋਪੇਗੰਡਾ ਹੋ ਚੁੱਕਾ ਹੈ ਜਾਂ ਉਹਦੇ 'ਤੇ ਐਕਸਪੈਕਟੇਸ਼ਨ, ਸਾਡੀਆਂ ਆਸ਼ਾਵਾਂ ਇੰਨੀਆਂ ਵੱਧ ਚੁੱਕੀਆਂ ਕਿ ਅਸੀਂ ਕਈ ਵਾਰ ਉਹਦੇ ਫਾਇਦੇ ਲੈਣ ਦੀ ਥਾਂ 'ਤੇ ਨੁਕਸਾਨ ਦੇ ਰਸਤੇ 'ਤੇ ਵੀ ਜਾ ਸਕਦੇ ਹਾਂ। ਇਹ ਵਿਟਾਮਿਨ ਜਿਹੜਾ ਲਫ਼ਜ਼ ਵੀ ਹੈ ਇਹ ਘੜਿਆ ਗਿਆ ਸੀ 1912 ਦੇ ਵਿੱਚ, ਜਦੋਂ ਇੱਕ ਪੋਲਿਸ਼ ਸਾਇੰਟਿਸਟ ਜਿਹਦਾ ਨਾਂ ਸੀ ਕੈਸੀਮੀਰ ਫੁੰਕ, ਉਹਨੇ ਇੱਕ ਛੋਟੇ ਜਿਹੇ ਕੈਮੀਕਲ ਲੱਭੇ ਜਿਹੜੇ ਕਿ ਕੈਮਿਸਟਰੀ ਦੇ ਵਿੱਚ ਉਹਨਾਂ ਸਾਰਿਆਂ ਵਿੱਚ ਐਮੀਨਸ, ਇੱਕ ਬਈ ਨਾਈਟ੍ਰੋਜਨ ਅਤੇ ਹਾਈਡਰੋਜਨ ਦੇ ਕੰਬੀਨੇਸ਼ਨ ਦਾ ਹੁੰਦਾ ਸੀ, ਅਤੇ ਉਹਨੇ ਨਾਲ ਉਹਦੇ ਲਫ਼ਜ਼ ਲਾਇਆ ਵੀਟਾ ਫਰੋਮ ਲਾਈਫ, ਕਿ ਲਾਈਫ ਸਪੋਰਟਿੰਗ ਕੈਮੀਕਲਸ, ਵਾਈਟਾਮਿਨਸ। ਉਹ ਫਿਰ ਬਾਅਦ ਵਿੱਚ ਪਤਾ ਲੱਗਾ ਕਿ ਨਹੀਂ, ਸਾਰੀਆਂ ਵਿਟਾਮਿਨਾਂ ਜਿਹੜੀਆਂ ਨੇ ਉਹਨਾਂ ਦੇ ਇੱਕੋ ਜਿਹੇ ਸਟਰਕਚਰ ਨਹੀਂ ਹੁੰਦੇ, ਉਹ ਬੜੇ ਵੱਖ-ਵੱਖ ਕਿਸਮਾਂ ਦੀਆਂ ਨੇ। ਸਾਡੇ ਸਰੀਰ ਲਈ 13 ਇਸੈਂਸ਼ੀਅਲ ਵਾਈਟਾਮਿਨਸ ਨੇ, ਜਿਨ੍ਹਾਂ ਨੂੰ ਕਹਿੰਦੇ ਐਸੈਂਸ਼ੀਅਲ ਦਾ ਬੇਸਿਕਲੀ ਮਤਲਬ ਹੈ ਕਿ ਜਿਹੜੀਆਂ ਅਸੀਂ ਆਪ ਨਹੀਂ ਬਣਾ ਸਕਦੇ ਜਾਂ ਬਹੁਤ ਘੱਟ ਕੁਆਂਟੀਟੀਜ਼ ਦੇ ਵਿੱਚ ਸਾਡੀ ਬੋਡੀ ਉਹਨਾਂ ਨੂੰ ਬਣਾ ਸਕਦੀ, ਸਾਨੂੰ ਬਾਹਰੋਂ ਲੈਣੀਆਂ ਪੈਂਦੀਆਂ, ਜਾਂ ਸਾਡੇ ਸਰੀਰ ਦੇ ਅੰਦਰ ਜਿਹੜੇ ਲੱਖਾਂ ਦੀ ਤਾਦਾਦ 'ਚ ਬੈਕਟੀਰੀਆ ਜਿਉਂਦੇ ਨੇ ਉਹ ਉਹਨਾਂ ਨੂੰ ਸਿੰਥੇਸਾਈਜ਼ ਕਰਦੇ ਨੇ, ਬਣਾਉਂਦੇ ਨੇ। ਸੋ 13 ਵਿਟਾਮਿਨਾਂ ਦੇ ਵਿੱਚੋਂ ਹੁਣ ਉਹਦੇ ਬਾਰੇ ਜਿੰਨੀ ਨੌਲੇਜ ਅਵੇਲੇਬਲ ਹੈ, ਗਲਤ ਵੀ ਅਤੇ ਚੰਗੀ ਵੀ, ਉਹ ਭਰਿਆ ਪਿਆ ਵਾ, ਇੰਟਰਨੈੱਟ ਵੀ ਭਰੀ ਪਈ ਹੈ। ਜੇ ਤੁਸੀਂ ਕੋਈ ਪੜ੍ਹਨਾ ਚਾਹੋ ਅਤੇ ਕੋਈ ਜਿਹੜੀਆਂ ਟਰਸਟਵਰਦੀ ਥਾਵਾਂ ਨੇ, ਜਿਵੇਂ ਇੰਗਲਿਸ਼ ਦਾ ਵਿਕੀਪੀਡੀਆ ਅਤੇ ਐਨਜੀ ਮੇਓ ਕਲੀਨਿਕ ਦੀਆਂ ਗੱਲਾਂ, ਉਹਨਾਂ ਨੂੰ ਤਾਂ ਪੜ੍ਹੋ। ਪਰ ਨਹੀਂ ਤਾਂ ਇੰਟਰਨੈੱਟ ਦੀ ਇਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਹਦੇ 'ਚ ਫਿਲਟਰ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਸੋ ਉਹ ਜਿਹੜੀਆਂ ਵਿਟਾਮਿਨਸ ਪਿਛਲੇ 100 ਸਾਲ ਤੋਂ ਚੱਲ ਰਹੀਆਂ, ਉਹਨਾਂ ਨੇ ਬੜਾ ਇੰਪੋਰਟੈਂਟ ਰੋਲ ਸ਼ੋਅ ਕੀਤਾ
ਕਿ ਬਈ ਅਸੀਂ ਕੁਝ ਬਿਮਾਰੀਆਂ ਤੋਂ ਵੀ ਕਿਵੇਂ ਬਚ ਸਕਦੇ ਹਾਂ ਤੇ ਜਾਂ ਸਾਨੂੰ ਜਨਰਲ ਸਿਹਤ ਦੇ ਲਈ ਵੀ ਉਹ ਕਿਵੇਂ ਇੰਪਰੂਵ ਕਰਦੀਆਂ ਨੇ। ਤੇ ਵਿਟਾਮਿਨਾਂ ਬੜੇ ਜਿਹੜੇ ਬੂਟਿਆਂ ਵਿੱਚੋਂ ਆਪਣੇ ਆਪ ਵੀ ਮਿਲਦੀਆਂ ਨੇ ਤੇ ਨੈਚੁਰਲ ਵੀ ਰਿਸੋਰਸਿਸ ਤੋਂ, ਤੇ ਜਾਂ ਫਿਰ ਜਿਹੜੀ ਲੈਬੋਰਟਰੀ ਦੇ ਵਿੱਚ ਸਿੰਥੈਟਿਕ ਕੰਪਨੀਆਂ ਵੱਲੋਂ ਬਣਾਏ ਗਏ। ਕਈ ਲੋਕਾਂ ਨੂੰ ਭੁਲੇਖਾ ਹੁੰਦਾ ਹੈ ਕਿ ਵੀ ਨੈਚੁਰਲ ਜ਼ਿਆਦਾ ਵਧੀਆ ਹੁੰਦੇ ਨੇ ਤੇ ਸਿੰਥੈਟਿਕ ਨਾਲੋਂ। ਨਹੀਂ, ਜੇ ਉਹ ਕੈਮੀਕਲ ਰੂਪ ਦੇ ਵਿੱਚ ਉਹਨਾਂ ਦੀ ਗੋਲੀ ਬਣਾ ਲਈ ਹੈ ਤੇ ਉਹ ਨੈਚੁਰਲ ਤੇ ਸਿੰਥੈਟਿਕ ਕੈਮੀਕਲ ਦੇ ਵਿੱਚ ਕੋਈ ਨਹੀਂ ਫਰਕ ਹੁੰਦਾ। ਤੇ ਬੋਡੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਗੋਲੀ ਵਾਲਾ ਵਾਈਟਮਿਨ ਆ ਰਿਹਾ ਵੈ ਕਿ ਸੰਤਰੇ ਵਿੱਚੋਂ ਵਾਈਟਮਿਨ ਆ ਰਿਹਾ ਵੈ, ਹਾਂਜੀ। ਪਰ ਉਹਨਾਂ ਦੇ ਖਾਣ ਦੇ ਤਰੀਕਿਆਂ ਦਾ ਫਰਕ ਹੁੰਦਾ। ਜਿਵੇਂ ਮੈਂ ਐਂਟੀਆਕਸੀਡੈਂਟਸ ਦੀ ਵੀ ਗੱਲ ਕੀਤੀ, ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਬੜੇ ਹੀ ਪਲਾਂਟਸ ਨੇ ਜਿਨ੍ਹਾਂ ਵਿੱਚ ਐਂਟੀਆਕਸੀਡੈਂਟਸ ਹੁੰਦੇ ਨੇ। ਉੱਥੇ ਵੀ ਇੱਕ ਭੁਲੇਖਾ ਹੈ। ਉਹ ਫਿਰ ਜਦੋਂ ਮੈਂ ਹੌਰਮੇਸਿਸ ਦੀਆਂ ਗੱਲਾਂ ਕਰਾਂਗਾ ਨਾ, ਕਿ ਅਸਲ 'ਚ ਉਹ ਐਂਟੀਆਕਸੀਡੈਂਟ ਨਹੀਂ, ਉਹ ਕਿਸੇ ਹੋਰ ਤਰੀਕੇ ਨਾਲ ਕੰਮ ਕਰਦੇ ਨੇ ਜੇ ਅਸੀਂ ਨੈਚੁਰਲ ਫੂਡ ਦੇ ਵਿੱਚੋਂ ਲੈ ਰਹੇ ਹੋਈਏ। ਸੋ ਵਿਟਾਮਿਨਾਂ ਦਾ ਵੀ ਮਾਮਲਾ ਉਹੀ ਹੈ। ਖਾਸ ਕਰਕੇ ਜਿਹੜੀਆਂ ਤੇ ਵਿਟਾਮਿਨਸ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਰਿਸਰਚ ਹੋਈ ਹੈ ਤੇ ਡੇਟਾ ਵੀ ਹੈਗਾ ਕਿ ਕਿਹੜੀਆਂ ਵਾਈਟਮਿਨਸ ਜੇ ਜ਼ਿਆਦਾ ਘਟਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਤੇ ਉਹਨਾਂ ਨੂੰ ਜੇ ਸਪਲੀਮੈਂਟ ਲੈ ਲਈਏ ਜਾਂ ਥੋੜ੍ਹੇ ਜਿਹੇ ਜਿਹੜੇ ਸਟੈਂਡਰਡ ਲੈਵਲ ਹੈ ਉਸ ਤੋਂ ਵੱਧ ਵੀ ਹੋ ਜਾਣ ਤੇ ਉਹਦੇ ਫਾਇਦੇ ਹੁੰਦੇ ਨੇ। ਤੇ ਸਭ ਤੋਂ ਵੱਧ ਡੇਟਾ ਜਿਹੜਾ ਹੈਗਾ ਉਹ ਵਾਈਟਾਮਿਨ ਡੀ ਦੇ ਉੱਤੇ ਹੈ, ਹਾਂਜੀ। ਵਾਈਟਾਮਿਨ ਡੀ ਜਿਹੜੀ ਹੈ ਉਹ ਕਿਉਂਕਿ ਸਾਡੇ ਬੋਡੀ ਦੇ ਵਿੱਚ ਸਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਐਬਜ਼ੌਰਬ ਕਰਨ 'ਚ ਮਦਦ ਕਰਦੀ ਹੈ ਤੇ ਉਹਦਾ ਅਸੀਂ ਆਪ ਵੀ ਥੋੜ੍ਹੀ ਜਿਹੀ ਸਿੰਥੇਸਾਈਜ਼ ਕਰਦੇ ਹਾਂ ਧੁੱਪ ਦੇ ਪਵੇ 'ਤੇ, ਹਾਂਜੀ। ਧੁੱਪ ਦੇ ਨਾਲ ਉਹਦੇ ਸਾਡੇ ਐਂਜ਼ਾਈਮ ਐਕਟੀਵੇਟ ਹੁੰਦੇ ਨੇ। ਕਿ ਵਾਈਟਾਮਿਨ ਡੀ ਦੇ ਲੈਵਲ ਆਪਣੇ ਚੈੱਕ ਕਰਦੇ ਰਹਿਣਾ ਉਹ ਬੜੇ ਇੰਪੋਰਟੈਂਟ ਹੈ। ਕਿ ਪਰ ਉਹਦੇ ਵਿੱਚ ਥੋੜ੍ਹੀ ਫਰਕ ਹੈਗਾ ਕਿ ਵੱਖ-ਵੱਖ ਦੇਸ਼ਾਂ 'ਚ ਉਹਨਾਂ ਦੇ ਕੱਟ ਪੁਆਇੰਟ ਬੜੇ ਵੱਖ-ਵੱਖ ਨੇ। ਜਿਵੇਂ ਡੈਨਮਾਰਕ ਦੇ ਵਿੱਚ ਸਾਡਾ ਪੁਆਇੰਟ ਹੈ ਜੇ 30 ਯੂਨਿਟਸ ਤੋਂ 50 ਦੇ ਵਿੱਚ ਹੋਵੇ ਰੇਂਜ ਤੇ ਹੈਲਦੀ ਹੈ। ਅਮਰੀਕਾ ਦੇ ਵਿੱਚ ਉਹ 60 ਕੇ 70 ਲੈਂਦੇ ਨੇ। ਮੈਨੂੰ ਨਹੀਂ ਪਤਾ ਕਿ ਹਿੰਦੁਸਤਾਨ ਦਾ ਲੇਟੈਸਟ ਕੀ ਨੰਬਰ ਹੈ, ਪਰ ਉਹਦਾ ਇਹੀ ਹੈ ਕਿ ਹਾਂ ਵਾਈਟਾਮਿਨ ਦੀ ਜੇ ਕਮੀ ਹੋਵੇ ਕਿਸੇ ਦੀ ਤੇ ਉਹ ਕਈ ਵਾਰ ਤੇ ਮਹੀਨਿਆਂ ਬੱਧੀ ਪਤਾ ਵੀ ਨਹੀਂ ਲੱਗਦਾ, ਕਿਉਂਕਿ ਇਮੀਡੀਏਟ ਇਫੈਕਟ ਨਹੀਂ ਆਉਂਦੇ। ਇਹ ਚੀਜ਼ਾਂ ਦੇ ਲੌਂਗ ਟਰਮ ਇਫੈਕਟਸ ਨੇ ਜਿਹੜੇ ਕਿ ਬੁਢੇਪੇ ਵਿੱਚ, ਬੁੱਢੀ ਉਮਰ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਹੋਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਜਿਹੜੀਆਂ ਵਿਟਾਮਿਨਾਂ ਸਾਡੀ ਬੋਡੀ ਬਣਾ ਰਹੀ ਹੁੰਦੀ ਹੈ ਜਾਂ ਬੈਕਟੀਰੀਆ ਬਣਾ ਰਹੇ ਹੁੰਦੇ ਨੇ ਜਾਂ ਬਾਹਰੋਂ ਲੈ ਰਹੇ ਹਾਂ, ਉਹ ਅਸੀਂ ਕਈ ਵਾਰ ਲੈ ਵੀ ਨਹੀਂ ਸਕਦੇ ਕਿਉਂਕਿ ਬਜ਼ੁਰਗਾਂ ਦੇ ਵਿੱਚ ਭੁੱਖ ਵੀ ਘਟ ਜਾਂਦੀ ਹੈ ਜਾਂ ਸਵਾਦ ਘਟ ਜਾਂਦਾ, ਉਹਨਾਂ ਦੀ ਨਿਊਟ੍ਰੀਸ਼ਨ ਘਟਦੀ ਹੈ, ਉਹਨਾਂ ਦੀ ਡਾਈਜੈਸ਼ਨ ਘਟਦੀ ਹੈ। ਉਹਨਾਂ ਚੀਜ਼ਾਂ ਕਰਕੇ ਇਹ ਵਿਟਾਮਿਨਾਂ ਨੂੰ ਵਰਤਣਾ ਬੜਾ ਇੱਕ ਤਰੀਕੇ ਨਾਲ ਚੰਗੀ ਗੱਲ ਹੈ। ਪਰ ਉਹਦੇ ਵਿੱਚੋਂ ਮੇਨ ਜਿਹੜਾ ਡੇਟਾ ਨਾ ਉਹ ਵਿਟਾਮਿਨ ਡੀ ਤੇ ਵਿਟਾਮਿਨ ਬੀ ਕੰਪਲੈਕਸ ਦੇ ਨਾਲ ਹੈ। ਬੀ ਕੰਪਲੈਕਸ ਵਿੱਚੋਂ ਵੀ B12 ਜਿਹੜੀ ਹੈ ਉਹਦੀ ਖਾਸ ਓਲਡ ਏਜ ਦੇ ਬੁਢੇਪੇ ਦੇ ਵਿੱਚ ਕਮੀ ਹੋਣ ਦੇ ਚਾਂਸ ਹੁੰਦੇ ਨੇ ਜਾਂ ਕਈ ਦਵਾਈਆਂ ਨਾਲ ਮਿਲ ਕੇ ਉਹਨੂੰ ਪੈਂਦਾ। ਉਹਨਾਂ ਜਿਹੜੀਆਂ ਚੀਜ਼ਾਂ ਵਿਟਾਮਿਨਾਂ ਨੂੰ ਘਟਾਉਂਦੀਆਂ ਨੇ ਉਹਨੂੰ ਕਈ ਵਾਰ ਐਂਟੀ ਵਾਈਟਾਮਿਨ ਵੀ ਕਹਿੰਦੇ ਨੇ, ਹਾਂਜੀ। ਜਿਵੇਂ ਉਹਦੇ ਰॉ ਐਗਸ, ਕੱਚੇ ਅੰਡੇ ਦੇ ਵਿੱਚ ਇੱਕ ਇਹੋ ਜਿਹੀ ਪ੍ਰੋਟੀਨ ਹੈ ਕਿ ਜਿਹੜੀ ਕਿ ਵਾਈਟਾਮਿਨ ਉਹਦੀ ਕਿਹੜੀ ਐਂਟੀ ਵਿਟਾਮਿਨ ਰॉ ਐਗ ਦੇ ਵਿੱਚ ਉਹ ਜਿਹੜੀ ਹੈ ਉਹ ਬੀ ਨੂੰ ਕਈ ਵਾਰ ਅਬਜ਼ੌਰਬ ਹੋਣ ਤੋਂ ਘਟਾਉਂਦੀ ਹੈ ਰॉ ਐਗਸ ਦੇ ਵਿੱਚ। ਕੱਚਾ ਅੰਡਾ ਜੇ ਖਾਧਾ ਜਾਵੇ, ਪਰ ਜੇ ਉਹਨੂੰ ਕੁੱਕ ਕਰ ਲਿਆ ਜਾਏ ਤੇ ਉਹ ਜਿਹੜੀ ਐਂਟੀ ਵਿਟਾਮਿਨ ਹੈ ਨਿਊਟਰਲਾਈਜ਼ ਹੋ ਜਾਂਦੀ ਹੈ। ਐਂ ਜੀ ਜੇ ਮੈਂ ਮੈਟਫੋਰਮਿਨ ਦਵਾਈ ਵਰਤਦਾ ਆਪਣੀ ਸ਼ੂਗਰ ਦੇ ਕਾਬੂ ਰੱਖਣ ਦੇ ਲਈ, ਤੇ ਮੈਟਫੋਰਮਿਨ ਵੀ ਇੱਕ ਤਰ੍ਹਾਂ ਦੀ ਐਂਟੀ ਵਾਈਟਾਮਿਨ ਹੈ। ਉਹ B12 ਦੀ ਐਬਜ਼ੌਰਪਸ਼ਨ ਬੋਡੀ ਦੇ ਵਿੱਚ ਘਟਾਉਂਦੀ ਹੈ ਤੇ ਮੈਨੂੰ ਫਿਰ ਉਹਦੇ ਬਾਰੇ ਧਿਆਨ ਰੱਖਣਾ ਪੈਂਦਾ। ਇਹਨਾਂ ਦੇ ਫਿਰ ਸਿੰਪਟਮਸ ਹੁੰਦੇ ਨੇ, ਬੋਡੀ ਵਿੱਚ ਥਕਾਵਟ ਜੀ ਹੋਣੀ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਲੱਗਦਾ ਜਾਨ ਪ੍ਰਾਣ ਹੀ ਘਟ ਗਈ। ਵਿਟਾਮਿਨ ਡੀ ਦਾ ਵੀ ਸਭ ਤੋਂ ਵੱਡਾ ਇਹੀ ਆਉਂਦਾ। ਸੋ ਉਸ ਮਾਮਲਿਆਂ ਵਿੱਚ ਫਿਰ ਜਨਰਲ ਫਾਰਮੂਲਾ ਤੇ ਮੇਰਾ ਉਹੀ ਹੈ ਜਾਂ ਜਨਰਲ ਮੈਸੇਜ ਕਿ ਵੇਖੋ ਜੀ, ਵਿਟਾਮਿਨਾਂ ਨੂੰ ਕੋਈ ਆਪਣੇ ਜਾਦੂ ਦਾ ਇਲਾਜ ਨਾ ਸਮਝੋ ਕਿ ਜੇ ਤੁਸੀਂ ਚੰਗਾ ਖਾ ਨਹੀਂ ਰਹੇ, ਚੰਗੀ ਜ਼ਿੰਦਗੀ ਨਹੀਂ ਜਿਉ ਰਹੇ, ਚੰਗਾ ਆਪਣੀ ਜ਼ਿੰਦਗੀ ਦੀਆਂ ਹੋਰ ਗੱਲਾਂ ਠੀਕ ਠਾਕ ਨਹੀਂ ਕਰ ਰਹੇ, ਖੁਸ਼ ਨਹੀਂ ਹੋ, ਐਕਸਰਸਾਈਜ਼ ਨਹੀਂ ਕਰ ਰਹੇ ਹੋ, ਤੇ ਵਿਟਾਮਿਨ ਦੀ ਗੋਲੀ ਨੇ ਨਹੀਂ ਤੁਹਾਨੂੰ ਕੋਈ ਮਿਰੇਕਲ ਦੇ ਦੇਣਾ। ਹਾਂ, ਉਹ ਕਈ ਤਰੀਕੇ ਦੀਆਂ ਕਮਜ਼ੋਰੀਆਂ ਤੋਂ ਬਚਾ ਸਕਦੀ ਹੈ ਜੇ ਉਹ ਘਟ ਜਾਣ। ਮੋਸਟਲੀ ਸਾਨੂੰ ਚੰਗੀ ਜ਼ਿੰਦਗੀ ਜਿਉਣ ਦੇ ਵੇਲੇ ਜੇ ਅਸੀਂ ਕਈ ਤਰ੍ਹਾਂ ਦਾ ਭੋਜਨ ਖਾ ਰਹੇ ਹਾਂ ਤੇ ਵਿਟਾਮਿਨਾਂ ਦੀ ਬਾਹਰੋਂ ਲੋੜ ਕੋਈ ਨਹੀਂ। ਪਰ ਫਿਰ ਵੀ ਜੇ ਲੱਗਦਾ ਕਿ ਵੀ ਉੱਪਰ ਥੱਲੇ ਤੁਹਾਡੀ ਜਾਂਦੀ ਪਈ ਹੈ, ਡੇਲੀ ਲਾਈਫ ਦੀ ਸਟ੍ਰੈਸ ਹੈ, ਤੁਹਾਡੇ ਕੋਲ ਕਾਬੂ 'ਚ ਨਹੀਂ ਹੁੰਦਾ ਪਿਆ ਸਾਰਾ ਕੁਝ, ਤੇ ਜੇ ਇੱਕ ਮਲਟੀ ਵਿਟਾਮਿਨ ਦੀ ਗੋਲੀ ਖਾ ਵੀ ਲਓਗੇ ਨਾ ਤੇ ਉਹਦਾ ਨੁਕਸਾਨ ਹੋਣ ਦਾ ਬਹੁਤ ਘੱਟ ਚਾਂਸ ਹੈ। ਫਾਇਦੇ ਹੋਣੇ ਹਮੇਸ਼ਾ ਲੰਬੇ ਸਮੇਂ 'ਤੇ ਹੁੰਦੇ ਨੇ। ਹਾਂ, ਜੇ ਓਵਰਡੋਜ਼ ਕਰੋਗੇ, ਜਿਵੇਂ ਕਿ ਕਈ ਵਾਰੀ ਅਮਰੀਕਾ 'ਚ ਬੜੀ ਟਰੈਂਡ ਹੈਗਾ ਕਿ
ਤੁੰਨ ਲੈਣੀਆਂ ਵਿਟਾਮਿਨਾਂ ਹਰ ਤਰੀਕੇ ਦੀਆਂ, ਖਾਸ ਕਰਕੇ ਵਿਟਾਮਿਨ ਏ ਤੇ ਵਿਟਾਮਿਨ ਡੀ। ਇਹਨਾਂ ਦੇ ਬੜੇ ਨੁਕਸਾਨ ਵੀ ਦੇਖੇ ਗਏ ਕਿਉਂਕਿ ਇਹ ਬੋਡੀ 'ਚ ਸਟੋਰ ਹੋ ਜਾਂਦੀਆਂ ਬੜੇ ਬੜੇ ਲੰਬੇ ਸਮੇਂ ਲਈ। ਕਈ ਵਿਟਾਮਿਨਾਂ ਤੇ ਖਾਧੀਆਂ ਤੇ ਇੱਕ ਅੱਧੇ ਦਿਨ ਦੇ ਵਿੱਚ ਟਰਨਓਵਰ ਹੋ ਗਈ, ਕਈ ਵਿਟਾਮਿਨਾਂ ਸਟੋਰ ਹੋ ਜਾਂਦੀਆਂ, ਉਹ ਫਿਰ ਇੱਕ ਪੋਇਜ਼ਨਸ ਲੈਵਲ ਤੇ ਪਹੁੰਚ ਜਾਂਦੀਆਂ ਨੇ। ਸੋ ਇਹਨਾਂ ਚੀਜ਼ਾਂ ਦਾ ਬੈਲੈਂਸ ਦਾ ਬੜਾ ਡੇਟਾ ਹੈਗਾ ਤੇ ਉਹਦੀ ਸਮਝ ਵੀ ਆ ਸਕਦੀ ਹੈ। ਮੈਂ ਖੁਦ ਜਿਹੜੀ ਹੈ ਇੱਕ ਮਲਟੀਵਿਟਾਮਿਨ ਦੀ ਗੋਲੀ ਲੈਣਾ, ਉਹ ਮੈਨੂੰ ਪਤਾ ਹੈ ਉਹ 'ਚ ਬਹੁਤਾ ਜਿਹੜਾ ਵਾ ਕੁਝ ਨਹੀਂ ਕਰਦੀ, ਪਰ ਉਹੀ ਜਿਵੇਂ ਮਨ ਦਾ ਭਰੋਸਾ ਚੰਗੇ ਲੱਗਣ ਨੂੰ ਕਰ ਲਈਦਾ। ਸ਼ਾਇਦ ਛੋਟਾ ਮੋਟਾ ਉਹ ਫਾਈਨ ਟਿਊਨਿੰਗ ਕਰ ਵੀ ਦੇਵੇ। ਸੋ ਵਿਟਾਮਿਨਾਂ ਨੂੰ ਵਰਤਦੇ ਰਹਿਣਾ, ਇੱਕ ਸਧਾਰਨ ਮਲਟੀਵਿਟਾਮਿਨ ਦੀ ਗੋਲੀ ਲੈ ਕੇ ਡੇਲੀ ਬੇਸਿਸ 'ਤੇ ਭੋਜਨ ਦੇ ਨਾਲ, ਕਿਉਂਕਿ ਕਈ ਸਾਡੀਆਂ 5-6 ਵਿਟਾਮਿਨ ਇਹੋ ਜਿਹੀਆਂ ਜਿਨ੍ਹਾਂ ਨੂੰ ਬੋਡੀ ਵਿੱਚ ਹਜ਼ਮ ਹੋਣ ਲਈ ਜਾਂ ਸ਼ਾਮਲ ਹੋਣ ਲਈ ਉੱਥੇ ਫੈਟ ਚਾਹੀਦੀ ਹੁੰਦੀ ਹੈ। ਹਾਂਜੀ, ਉਹ ਸੁੱਕੇ ਖਾਲੀ ਪੇਟ ਦੇ ਨਾਲ ਨਹੀਂ ਗੱਲ ਬਣਦੀ। ਕੁਝ ਜਿਹੜੀਆਂ ਨੇ ਵਾਟਰ ਸੋਲੂਬਲ ਨੇ। ਸੋ ਉਹਦੇ ਵਿੱਚੋਂ ਕੋਈ ਬ੍ਰਾਂਡ ਦੀ ਕੋਈ ਖਾਸੀਅਤ ਨਹੀਂ, ਕੋਈ ਕਿਸੇ ਪ੍ਰੋਡਕਸ਼ਨ ਤਰੀਕੇ ਦੀ, ਨੈਚੁਰਲ ਤੇ ਸਿੰਥੈਟਿਕ ਤੇ ਇਹਦੇ ਬਹੁਤੇ ਚੱਕਰਾਂ 'ਚ ਨਾ ਪਾਓ। ਇਹ ਫਿਰ ਅਗਲੀ ਵਾਰੀ 'ਚ ਆਏਗਾ ਕਿ ਅਸੀਂ ਕੀ ਅਫੋਰਡ ਕਰ ਸਕਦੇ ਹਾਂ ਤੇ ਕਿਉਂ ਲੈਂਦੇ ਹਾਂ। ਇਸ ਤੋਂ ਅੱਗੇ ਫਿਰ ਗੱਲ ਬਣਦੀ ਹੈ ਕਿ ਅੱਛਾ ਜੀ ਹੋਰ ਫਿਰ ਕੀ ਕੀ ਚੱਲਦਾ। ਅਸੀਂ ਪਲਾਂਟਸ ਦੀ ਗੱਲ ਕੀਤੀ ਕਿ ਪਲਾਂਟਸ ਦੇ ਵਿੱਚ ਐਂਟੀਆਕਸੀਡੈਂਟਸ ਵੀ ਹੁੰਦੇ ਨੇ, ਹਾਂਜੀ, ਪਰ ਪਲਾਂਟ ਐਕਸਟਰੈਕਟ ਇਹ ਬੜੀ ਕਾਮਨ ਜਿਹੜੀ ਅਪਰੋਚ ਹੈ ਸਾਰੇ ਸੰਸਾਰ ਦੇ ਵਿੱਚ ਹੀ, ਕਿ ਬੂਟਿਆਂ ਦੇ ਵਿੱਚੋਂ ਬਣਾਏ ਹੋਏ ਐਕਸਟਰੈਕਟ। ਉਹ ਆਯੁਰਵੇਦ ਦਾ ਭਰਿਆ ਪਿਆ ਉਹਨਾਂ ਗੱਲਾਂ ਨਾਲ, ਚਾਈਨੀਜ਼ ਟ੍ਰੈਡੀਸ਼ਨਲ ਮੈਡੀਸਨ ਹੈ, ਗ੍ਰੀਕ ਮੈਡੀਸਨ ਹੈ, ਹਾਂਜੀ, ਸਾਊਥ ਅਮਰੀਕਨ ਐਮਾਜ਼ੋਨੀਅਨ ਪਲਾਂਟਸ ਦੇ ਮੈਡੀਸਨ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਪਿਛਲੇ 1000-2000 ਸਾਲ 'ਚ ਲੋਕਾਂ ਨੇ ਦੇਖ ਕੇ ਬੇਸਿਕਲੀ ਇਹ ਉਹਦੀ ਸਮਝ ਭਾਵੇਂ ਨਾ ਵੀ ਹੋਵੇ, ਉਹ ਦੇਖਿਆ ਕਿ ਕਈ ਬੂਟਿਆਂ ਦੇ ਜੇ ਅਸੀਂ ਉਹਦੇ ਬਣਾਈਏ ਕੁਝ ਕੰਬੀਨੇਸ਼ਨਸ ਤੇ ਉਹਦੇ ਨਾਲ ਸਿਹਤ ਨੂੰ ਫਾਇਦੇ ਹੁੰਦੇ ਨੇ। ਹਾਂਜੀ, ਉਹਨਾਂ ਸਾਰਿਆਂ ਨੂੰ ਗਲਤ ਕਹਿ ਦੇਣਾ ਵੀ ਐਡਾ ਸੌਖਾ ਨਹੀਂ ਤੇ ਸਾਰਿਆਂ ਨੂੰ ਠੀਕ ਕਹਿਣਾ ਵੀ ਐਡਾ ਸੌਖਾ ਨਹੀਂ, ਕਿਉਂਕਿ ਉਹ ਆਮ ਤੌਰ 'ਤੇ ਬੂਟਾ ਕੱਲਾ ਨਹੀਂ ਚੱਲਦਾ। ਉਹ ਬੜੇ ਕੰਪਲੈਕਸ ਬੂਟੇ, ਚਾਈਨੀਜ਼ ਮੈਡੀਸਨ ਦੇ ਵਿੱਚ ਵੀ 8-8 10-10 ਬੂਟਿਆਂ ਦਾ ਕੰਬੀਨੇਸ਼ਨ ਬਣਾ ਕੇ ਕਲੇਮ ਕੀਤਾ ਜਾਂਦਾ ਹੈ। ਆਯੁਰਵੇਦਾ ਦੇ ਵਿੱਚ ਵੀ ਜਿਹੜਾ ਸਭ ਤੋਂ ਵੱਧ ਪਾਪੂਲਰ ਹੈ ਬੁਢੇਪੇ ਦੇ ਮਾਮਲੇ ਵਿੱਚ ਅਸ਼ਵਗੰਧਾ ਦਾ ਬੂਟਾ ਜੇ ਕੱਲਾ ਖਾ ਲੋਗੇ, ਉਹਦਾ ਪੱਤਾ ਖਾ ਲੋਗੇ, ਉਹ ਪੋਇਜ਼ਨ ਹੈ, ਉਹਦੇ ਨਾਲ ਮਰ ਵੀ ਸਕਦੇ ਆ। ਪਰ ਅਸ਼ਵਗੰਧਾ ਤੋਂ ਜਦੋਂ ਚਵਨ ਪ੍ਰਿਆਸ਼ ਬਣਾਉਂਦੇ ਨੇ ਤੇ ਜਿਹੜੀਆਂ ਪੁਰਾਣੀਆਂ ਰੈਸਿਪੀਜ਼ ਲਿਖੀਆਂ, ਸ਼ਾਇਦ ਉਹਨਾਂ ਦੇ ਕੁਝ ਚੰਗੇ ਫਾਇਦੇ ਹੈਗੇ ਨੇ, ਪਰ ਉਹ ਸਾਰੀਆਂ ਗੱਲਾਂ ਫਾਇਦੇ ਵਾਲੀਆਂ ਜਿਹੜੀਆਂ ਨੇ ਨਾ ਅਜੇ ਤੱਕ ਉਹ ਜਾਂ ਤੇ ਫਿਰ ਉਹੀ ਜਿਵੇਂ ਅਨੈਕਡੋਟਲ ਆਉਂਦੀਆਂ ਕਿ ਕਿਸੇ ਦੇ ਕਹੇ ਤੇ ਆਪਣੇ ਤਜਰਬੇ ਤੇ, ਉਹਨਾਂ ਨੂੰ ਸਾਇੰਸ ਦੇ ਤਰੀਕਿਆਂ ਨਾਲ ਟੈਸਟ ਕਰਨਾ ਅਜੇ ਤੱਕ ਵੀ ਮੁਸ਼ਕਲ ਹੈ। ਕਿਉਂਕਿ ਉਹ ਸਾਇੰਸ ਪਹਿਲੇ ਤੇ ਗੱਲ ਕਰਦੀ ਹੈ ਚੂਹੇ ਨੂੰ ਚੀਜ਼ਾਂ ਖਵਾਉਣੀਆਂ, ਹਾਂਜੀ, ਜਾਂ ਕਿਸੇ ਹੋਰ ਜਾਨਵਰ ਨੂੰ ਖਾਣਾ। ਹੁਣ ਉਹ ਚੂਹੇ ਦਾ ਚਵਨ ਪ੍ਰਿਆਸ਼ ਤੇ ਉਹਦੇ ਨਾਲ ਜੁੜੇ ਹੋਏ ਜਿਹੜੇ 7 ਬੂਟੇ ਨੇ, ਉਹ ਚੂਹੇ ਦੀ ਨੈਚੁਰਲ ਪ੍ਰੈਫਰੈਂਸ 'ਚ ਨਹੀਂ ਆਉਂਦੇ। ਉਹਨਾਂ ਨੂੰ ਜਦੋਂ ਅਸੀਂ ਦਿੰਦੇ ਹਾਂ ਤੇ ਕੋਈ ਸਟੱਡੀ ਕਰਦੇ ਹਾਂ, ਕੋਈ ਜ਼ਰੂਰੀ ਨਹੀਂ ਕਿ ਸਾਡੇ ਮਨੁੱਖਾਂ ਦੇ ਉੱਤੇ ਵੀ ਉਹ ਲਾਗੂ ਹੋਵੇ। ਤੇ ਮਨੁੱਖਾਂ ਉੱਤੇ ਇਹੋ ਜਿਹੀ ਚੀਜ਼ ਨੂੰ ਸਟੱਡੀ ਕਰਨਾ ਸਾਇੰਟੀਫਿਕਲੀ ਅਜੇ ਤੱਕ ਬੜਾ ਮੁਸ਼ਕਲ ਹੈ, ਕਿਉਂਕਿ ਜਿਹੜੇ ਸਾਇੰਸ ਦੇ ਰੂਲ ਨੇ ਨਾ, ਉਹ ਇੱਕ ਤਾਂ ਇਹ ਮੰਨ ਕੇ ਚੱਲਦੇ ਨੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਬਲਾਈਂਡ ਟੈਸਟ ਹੋਣੇ ਚਾਹੀਦੇ, ਕਿ ਪਤਾ ਨਾ ਲੱਗੇ ਕਿ ਤੁਹਾਨੂੰ ਕੀ ਚੀਜ਼ ਦਿੱਤੀ ਜਾ ਰਹੀ ਹੈ ਤੇ ਦੂਜੇ ਨੂੰ ਕਿਹੜੀ ਦਿੱਤੀ ਜਾ ਰਹੀ ਹੈ, ਪਲੇਸੀਬੋ ਤੇ ਉਹਦਾ ਫਰਕ। ਤੇ ਇਹੋ ਜਿਹੇ ਜਿਹੜੇ ਪਲਾਂਟ ਐਕਸਟਰੈਕਟਸ ਵਾਲੀਆਂ ਚੀਜ਼ਾਂ ਨੇ, ਉਹਨਾਂ ਨੂੰ ਟੈਸਟ ਕਰਨ 'ਚ ਬੜੀ ਦਿੱਕਤ ਆਉਂਦੀ ਪਈ ਹੈ। ਪਰ ਉਹਦੇ ਵਿੱਚ ਜਿਹੜੇ ਕਲੇਮ ਕੀਤੇ ਜਾਂਦੇ ਨੇ ਉਹ ਬੜੇ ਇੰਪੋਰਟੈਂਟ ਹੁੰਦੇ ਨੇ ਕਈ ਵਾਰੀ, ਤੇ ਉਹ 'ਚ ਕਾਫੀ ਕੁਝ ਸੱਚਾ ਵੀ ਹੁੰਦਾ, ਪਰ ਉਹਨੂੰ ਫਿਰ ਕਿਵੇਂ ਪਛਾਣੋ ਕਿ ਵੀ ਕਿਹੜੀ ਚੀਜ਼ ਸੱਚੀ ਹੈ ਤੇ ਕਿਹੜੀ ਨਹੀਂ। ਹੁਣ ਜਿਵੇਂ ਹਲਦੀ ਦੇ ਬਾਰੇ ਬਹੁਤ ਕੁਝ ਸਾਡੇ ਆਯੁਰਵੇਦ ਦੇ ਵਿੱਚ ਵੀ ਬੜਾ ਕੁਝ ਕਿਹਾ ਗਿਆ, ਤੇ ਉਹਦੇ ਉੱਤੇ ਬੜਾ ਡੇਟਾ ਵੀ ਹੈਗਾ ਕਿ ਉਹ ਕਿਵੇਂ ਸਾਡੇ ਚੀਜ਼ਾਂ ਨੂੰ, ਸਾਡੇ ਸਰੀਰ ਨੂੰ ਜਦੋਂ ਵੂੰਡ ਹੀਲਿੰਗ ਹੁੰਦੀ ਹੈ, ਕੋਈ ਜ਼ਖਮ ਹੁੰਦਾ ਹੈ, ਉਹਨੂੰ ਭਰਨ 'ਚ ਜਾਂ ਸਕਿਨ ਦੀ ਸਫਾਈ ਲਈ ਠੀਕ ਹੈ। ਪਰ ਉਹਨੂੰ ਟੈਸਟ ਕਰਨ ਦੇ ਲਈ ਜਿਹੜਾ ਤਰੀਕਾ ਅਪਣਾਇਆ ਗਿਆ ਪੱਛਮ ਦੇ ਸਾਇੰਸਦਾਨਾਂ ਵੱਲੋਂ ਵੀ, ਹਿੰਦੁਸਤਾਨੀ ਸਾਇੰਸਦਾਨਾਂ ਵੱਲੋਂ ਵੀ, ਕਿਉਂਕਿ ਸਾਇੰਸ ਜਿਹੜੀ ਹੈ ਜੋ ਸਾਇੰਸ ਦੇ ਰੂਲਸ ਨੇ ਉਹਦੇ ਵਿੱਚ ਫਿਰ ਉਹ ਅਪਰੋਚ ਆ ਗਈ ਫਾਰਮਾਸੂਟੀਕਲ ਅਪਰੋਚ, ਕਿ ਜਿਵੇਂ ਡਰੱਗਸ ਬਣਾਈ ਦੀਆਂ ਨੇ ਨਾ, ਕਿ ਕਿਹੜੇ ਟਾਰਗੇਟ 'ਤੇ ਕੰਮ ਕਰਦਾ ਤੇ ਕਿਹੜਾ ਉਸ ਕੰਪਾਊਂਡ ਦੇ ਵਿੱਚ, ਉਸ ਪਲਾਂਟ ਐਕਸਟਰੈਕਟ ਦੇ ਵਿੱਚ, ਪੌਦੇ ਤੋਂ ਬਣੇ ਹਰਬ ਦੇ ਵਿੱਚ ਜਿਹੜਾ ਐਕਟਿਵ ਕੰਪਾਊਂਡ ਹੈ। ਜਿਵੇਂ ਹਲਦੀ ਦੇ ਵਿੱਚ ਕਿਉਂਕਿ ਕੁਰਕੁਮੀਨ ਨਾਂ ਦਾ ਕੰਪਾਊਂਡ ਹੈ, ਕਿਉਂਕਿ ਹਲਦੀ ਦਾ ਜਿਹੜਾ ਸਾਇੰਟੀਫਿਕ ਨੇਮ ਹੈ ਕੁਰਕੁਮਾ ਹੈਗਾ, ਤੇ ਉਹਦੇ 'ਚੋਂ ਜਦੋਂ ਐਨਾਲਿਸਿਸ ਕੀਤਾ ਉਹ 'ਚੋਂ ਸੈਂਕੜੇ ਚੀਜ਼ਾਂ ਹੈਗੀਆਂ, ਪਰ ਇੱਕ ਮੋਲੀਕਿਊਲ ਹੈ ਜਿਹਦਾ ਨਾਂ ਕੁਰਕੁਮੀਨ। ਉਹ ਕੁਰਕੁਮੀਨ ਦੇ ਉੱਤੇ ਫਿਰ ਰਿਸਰਚ ਹੋਣੀ ਸ਼ੁਰੂ ਹੋਈ ਕਿ ਕੁਰਕੁਮੀਨ ਸੈੱਲ 'ਚ ਕਿੱਥੇ ਕੀ ਕਰਦੀ ਹੈ, ਤੇ ਉਹਦੀ ਬੜੀ ਰਿਸਰਚ ਹੋਈ ਹੈ। ਉਹ ਇੰਨੀ ਪਿਛਲੇ 10-15 ਸਾਲ ਦੇ ਵਿੱਚ ਰਿਸਰਚ ਹੋਈ ਕਿ ਉਹਦੇ ਵਿੱਚ ਬੜੇ ਝੂਠੇ ਪੇਪਰ ਛਪਣੇ ਵੀ ਸ਼ੁਰੂ ਹੋ ਗਏ, ਐਸੇ ਕਲੇਮ ਆਉਣੇ ਸ਼ੁਰੂ ਹੋਏ। ਮੈਂ ਉਸ ਸਾਇੰਸਦਾਨ ਦਾ ਨਾਮ ਤੇ ਨਹੀਂ ਲਾਵਾਂਗਾ, ਉਹ ਹੈ ਹਿੰਦੁਸਤਾਨੀ ਓਰੀਜਨ ਦਾ ਹੀ ਬੰਦਾ, ਪੱਛਮੀ ਦੇਸ਼ਾਂ 'ਚ ਰਹਿੰਦਾ, ਬਹੁਤ ਮਸ਼ਹੂਰ ਹੈ, ਵਰਲਡ ਫੇਮਸ। ਉਹਨੇ ਕੋਈ ਪਤਾ ਨਹੀਂ 200-300 ਪੇਪਰ ਕੁਰਕੁਮੀਨ ਦੇ ਉੱਤੇ ਛਾਪੇ। ਬਾਅਦ 'ਚ ਹੁਣੇ 2 ਸਾਲ ਪਹਿਲੇ ਉਹਦਾ 40-50 ਪੇਪਰ ਉਹਨੂੰ ਵਿਡਰਾਅ ਕਰਨੇ ਪਏ, ਕਿਉਂਕਿ ਉਹ
ਫਿਰ ਐਂਥੂਸੀਆਜ਼ਮ 'ਚ ਨਾ ਅਸੀਂ ਸਾਇੰਸਦਾਨ ਵੀ ਕਈ ਵਾਰ ਵਿਕ ਜਾਈਦਾ ਕਿ ਯਾਰ ਬੜਾ ਐਂਥੂਸੀਆਸਟਿਕ ਹੋਈਦਾ। ਸੋ ਹੁਣ ਕੁਰਕੁਮਿਨ ਜਿਹੜੀ ਹੈ ਕਰਦੀ ਤੇ ਬੜਾ ਕੁਝ ਹੈ, ਪਰ ਕੁਰਕੁਮੀਨ ਦਾ ਲੈਵਲ ਪਰ ਕੁਰਕੁਮੀਨ ਨੂੰ ਅਸੀਂ ਖਾਂਦੇ ਤੇ ਨਹੀਂ ਨਾ, ਕਿਉਂਕਿ ਜਿਹੜਾ ਖਾਣਾ ਹੈ ਉਹ ਆਪਣੇ ਆਪ ਦੇ ਵਿੱਚ ਉਹ ਕੋਈ ਜ਼ਰੂਰੀ ਨਹੀਂ ਕਿ ਉਸੇ ਤਰੀਕੇ ਨਾਲ ਸਾਡੀ ਬੋਡੀ 'ਚ ਵਰਕ ਕਰੇ। ਖਾਂਦੇ ਅਸੀਂ, ਵਰਤਦੇ ਅਸੀਂ ਹਲਦੀ, ਤੇ ਹਲਦੀ ਵੀ ਜਿਹੜੀ ਹੈ ਇਕੱਲੀ ਨਹੀਂ ਵਰਤੀ ਜਾਂਦੀ ਭੋਜਨ ਦੇ ਵਿੱਚ। ਹਲਦੀ ਜਿਹੜੀ ਹੈ ਉਹ ਕਾਲੀ ਮਿਰਚ ਤੇ ਦੂਜਿਆਂ ਮਸਾਲਿਆਂ ਨਾਲ ਇਹਨਾਂ ਸਭ ਦੇ ਕੰਬੀਨੇਸ਼ਨ ਵਰਤਣੇ ਲੱਭਣੇ ਬੜੇ ਮੁਸ਼ਕਲ ਹੈ। ਤੇ ਜਿਹੜੇ ਲੈਵਲ ਤੇ ਕੁਰਕੁਮੀਨ ਦਾ ਅਸਰ ਹੁੰਦਾ ਹੈ ਲੈਬੋਰਟਰੀ ਵਿੱਚ, ਸੈੱਲਾਂ ਵਿੱਚ, ਜਾਨਵਰਾਂ ਵਿੱਚ, ਉਸ ਕੁਰਕੁਮੀਨ ਦੇ ਲੈਵਲ ਨੂੰ ਲੈਣ ਲਈ ਸਾਨੂੰ ਪਤਾ ਨਹੀਂ ਕਿੰਨੀ ਢੇਰ, ਜੇ ਤੇ ਅਸੀਂ ਓਰੀਜਨਲ ਹਲਦੀ ਲੈਣੀ ਹੈ ਤਾਂ ਕਿਲੋਆਂ ਦੇ ਹਿਸਾਬ ਸਿਰ ਖਾਣੀ ਪੈ ਜਾਏਗੀ। ਇੰਜ ਹੀ ਹਾਲ ਹੈ ਉਹ ਰੈਜ਼ਰਵਾਟਰੋਲ, ਇੱਕ ਕੰਪਾਊਂਡ ਹੈ ਜਿਹੜਾ ਅੰਗੂਰਾਂ 'ਚ ਹੁੰਦਾ ਹੈ, ਲਾਲ ਅੰਗੂਰ ਹੈ ਜਿੱਥੋਂ ਲਾਲ ਰੈੱਡ ਵਾਈਨ ਬਣਦੀ ਹੈ। ਉਹ ਜਿਹੜੀ ਰੈਜ਼ਰਵਾਟਰੋਲ ਜਿੰਨੀ ਸਾਨੂੰ ਐਕਸਪੈਰੀਮੈਂਟ ਸ਼ੋਅ ਕਰਦੇ ਆ, ਜੇ ਅਸੀਂ ਸਿਰਫ ਉਹਨੂੰ ਵਾਈਨ 'ਚੋਂ ਪੀਣਾ ਤੇ ਉਹ ਦਿਹਾੜੀ ਦੀਆਂ ਪਤਾ ਨਹੀਂ 25 ਕਿ 30 ਬੋਤਲਾਂ ਵਾਈਨ ਦੀਆਂ ਪੀਣੀਆਂ ਪੈਣਗੀਆਂ। ਸੋ ਇਸ ਲਈ ਕਈ ਮਾਮਲਿਆਂ ਵਿੱਚ ਤੇ ਉਹ ਅਪਰੋਚ ਚੰਗੀ ਰਹਿੰਦੀ ਹੈ ਕਿ ਜੇ ਇੱਕ ਮੋਲੀਕਿਊਲ ਅਸੀਂ ਪਛਾਣ ਲਈਏ ਤੇ ਉਹ ਕੰਮ ਕਰੇ ਤੇ ਫਿਰ ਉਹਨੂੰ ਉਹਦੀ ਦਵਾਈ ਦੇ ਰੂਪ 'ਚ ਲੈ ਲਈਏ। ਸੋ ਅੱਜ ਕੱਲ੍ਹ ਪਰ ਉਹਦੇ 'ਚ ਸਭ ਤੋਂ ਵੱਡੀ ਦਿੱਕਤ ਜਿਹੜੀ ਆ ਰਹੀ ਹੈ, ਜਿਹੜੇ ਬੜੇ ਮੇਰੇ ਚੰਗੇ ਦੋਸਤ ਵੀ ਉਹੀ ਗਲਤੀ ਬਾਰ-ਬਾਰ ਕਰ ਰਹੇ ਨੇ ਕਿ ਉਹ ਇੱਕ ਕੈਮੀਕਲ ਨੂੰ ਲੈ ਕੇ ਉਹਨੂੰ ਫਿਰ ਸੈੱਲ ਦੇ ਲੈਵਲ ਦੇ ਉੱਤੇ ਇੱਕ ਖਾਸ ਟਾਰਗੇਟ ਦੇ ਉੱਤੇ ਟੈਸਟ ਕਰਦੇ ਨੇ ਕਿ ਹਾਂ ਵੀ ਉਹ ਟਾਰਗੇਟ ਜਿਹੜਾ ਵੈ ਉਹ ਇਨਕਰੀਜ਼ ਜਾਂ ਡਿਕਰੀਜ਼ ਹੋਇਆ ਕਿ ਨਹੀਂ, ਤੇ ਫਿਰ ਦੈਨ ਦੇ ਹੋਪ ਫਾਰ ਦਾ ਬੈਸਟ ਕਿ ਆ ਜੇ ਕਿਉਂਕਿ ਉਹਨੇ ਟਾਰਗੇਟ ਨੇ ਚੇਂਜ ਕੀਤਾ ਇਹਦਾ ਮਤਲਬ ਬੁਢੇਪਾ ਠੀਕ ਹੋ ਗਿਆ ਜਾਂ ਸਿਹਤ ਠੀਕ ਹੋ ਗਈ। ਇੰਜ ਨਹੀਂ, ਜਿਵੇਂ ਇੰਜ ਦੀ ਇਹ ਸਾਇੰਸ ਨੇ ਬੜਾ ਕੁਝ ਕਿਉਂਕਿ ਜੋੜਿਆ ਕਿ ਜਦੋਂ ਬੁਢੇਪਾ ਆਉਂਦਾ ਹੈ ਤੇ ਟੀਲੋਮੀਅਰ, ਅੱਜ ਕੱਲ੍ਹ ਮੈਂ ਟੀਲੋਮੀਅਰ ਦਾ ਵਰਡ ਇਸ ਲਈ ਵਰਤ ਰਿਹਾ ਕਿਉਂਕਿ ਇਹਦੇ ਬਾਰੇ ਸ਼ਾਇਦ ਕਾਫੀ ਲੋਕਾਂ ਨੂੰ ਪਤਾ ਕਿ DNA ਦੇ ਵਿੱਚ ਟੀਲੋਮੀਅਰ ਹੁੰਦੇ ਨੇ ਤੇ ਜਿਹੜੇ ਘਟਦੇ ਜਾਂਦੇ ਨੇ। ਹੁਣ ਜੇ ਕੋਈ ਕੰਪਾਊਂਡ ਜਾਂ ਕੋਈ ਕੈਮੀਕਲ ਪਲਾਂਟ ਐਕਸਟਰੈਕਟ ਹੋਵੇ ਜਾਂ ਸਿੰਥੈਟਿਕ ਹੋਵੇ, ਉਹ ਟੀਲੋਮੀਅਰ ਨੂੰ ਜੇ ਲੰਬਾ ਕਰ ਦੇਵੇ ਤੇ ਬੜੇ ਬੜੇ ਪੇਪਰ ਛਪ ਜਾਂਦਾ ਉਹ ਟੀਲੋਮੀਅਰ ਲੰਬਾ ਹੋ ਗਿਆ, ਬੁਢੇਪੇ ਦਾ ਇਲਾਜ ਹੋ ਗਿਆ। ਨਹੀਂ, ਟੀਲੋਮੀਅਰ ਲੰਬੇ ਹੋਣ ਦੇ ਨਾਲ ਉਹ ਬੁਢੇਪੇ ਨੂੰ ਤੁਸੀਂ ਕਿਵੇਂ ਸ਼ੋਅ ਕਰਦੇ ਹੋ ਉਹਦਾ ਕੋਈ ਡੇਟਾ ਨਹੀਂ ਹੁੰਦਾ। ਪਰ ਜ਼ਿਆਦਾ ਸਾਇੰਟੀਫਿਕ ਰਿਸਰਚ ਵਾਲੇ ਕਈ ਵਾਰ ਨਾ ਕਿ ਜਿਹੜੇ ਮੋਲੀਕਿਊਲ ਦਾ ਜਿਹੜਾ ਟਾਰਗੇਟ ਹੈ ਉਹਨੂੰ ਜੇ ਉਹ ਥੋੜ੍ਹਾ ਬਹੁਤਾ ਵੀ ਉੱਪਰ ਥੱਲੇ ਕਰ ਲੈਂਦੇ ਨੇ ਉਹਦੇ ਸਿਰ ਤੇ ਹੀ ਉਹ ਫਿਰ ਚੀਜ਼ਾਂ ਬਣਨੀਆਂ ਸ਼ੁਰੂ ਹੋ ਜਾਂਦੀ ਹੈ। ਸੋ ਅਜੇ ਤੱਕ ਕੋਈ ਇਹੋ ਜਿਹਾ ਚੀਜ਼ਾਂ ਨਹੀਂ ਜਿਨ੍ਹਾਂ ਦੇ ਉੱਤੇ ਮੈਂ ਪੂਰੇ ਵਿਸ਼ਵਾਸ ਨਾਲ, ਕੌਨਫੀਡੈਂਸ ਨਾਲ ਇਹ ਕਹਿ ਸਕਾਂ ਕਿ ਇਸ ਕਿਸਮ ਦੇ ਪਲਾਂਟ ਐਕਸਟਰੈਕਟ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਤੁਸੀਂ ਵਰਤੋ, ਹਾਂਜੀ, ਤੇ ਉਹਨਾਂ ਦੇ ਨਾਲ ਤੁਹਾਡੀ ਸਿਹਤ ਜਿਹੜੀ ਹੈ ਇੰਪਰੂਵ ਹੋਏਗੀ। ਕਿਉਂਕਿ ਸਿਹਤ ਜਿਹੜੀ ਹੈ ਟੋਟਲ ਲੈਵਲ ਦੀ ਸਿਹਤ ਹੋਣੀ ਹੈ, ਇੰਡੀਵਿਜੂਅਲ ਕਿਸੇ ਲੈਵਲ ਦੇ ਉੱਤੇ ਕੋਈ ਕੰਪਾਊਂਡ ਦਾ ਫਰਕ ਪੈ ਵੀ ਸਕਦਾ ਤੇ ਪੈ ਨਹੀਂ ਸਕਦਾ। ਸੋ ਫਿਰ ਇਹਨਾਂ ਚੀਜ਼ਾਂ ਦੇ ਆਉਂਦੇ ਨੇ ਕਿ ਟਾਈਮਿੰਗ, ਕਿਹੜੀ ਚੀਜ਼ ਕਦੋਂ ਵਰਤੀ ਜਾ ਰਹੀ ਹੈ। ਸਾਡੀ ਕੁਛ ਰਿਸਰਚ ਸ਼ੋਅ ਕਰਦੀ ਜਾਂ ਕੁਰਕੁਮੀਨ ਦੇ ਉੱਤੇ ਅਸੀਂ ਵੀ ਕੀਤੀ ਕਿ ਜੇ ਮੈਂ ਆਪਣੇ ਲੈਬੋਰਟਰੀ ਵਿੱਚ ਸੈੱਲਾਂ ਨੂੰ ਪਹਿਲੋਂ ਕੁਰਕੁਮੀਨ ਦਵਾਂ, ਹਾਂਜੀ, ਇੱਕ ਦਿਨ ਪਹਿਲਾਂ ਜਾਂ ਕੁਝ ਘੰਟੇ ਪਹਿਲਾਂ, ਤੇ ਉਸ ਤੋਂ ਬਾਅਦ ਇੱਕ ਹੋਰ ਦੂਜੀ ਕਿਸਮ ਦੀ ਇੱਕ ਇੰਟਰਵੈਂਸ਼ਨ ਕਰਾਂ ਜਿਸ 'ਚ ਮੈਂ ਉਹਨਾਂ ਨੂੰ ਹੀਟ ਦੇਣਾ, ਉਹਦੀਆਂ ਗੱਲਾਂ ਬਾਅਦ 'ਚ ਵੀ ਹੋਣਗੀਆਂ, ਉਹਦੇ ਫਾਇਦੇ ਦੁੱਗਣੇ ਤਿੱਗਣੇ ਹੋ ਜਾਂਦੇ ਨੇ। ਪਰ ਜੇ ਪਹਿਲੋਂ ਹੀਟ ਦਿੱਤੀ ਹੋਵੇ ਤੇ ਬਾਅਦ 'ਚ ਮੈਂ ਦਵਾਂ ਕੁਰਕੁਮੀਨ, ਸੈੱਲ ਮਰ ਜਾਂਦੇ। ਸੋ ਇਹੀ ਆ ਕੋਈ ਕੰਬੀਨੇਸ਼ਨਾਂ ਦੀ ਵੀ ਗੱਲਾਂ, ਇਹ ਸਾਰੀਆਂ ਹੋਰਮੈਟਿਕ ਵੇ ਆਫ ਲਾਈਫ ਦੇ ਵਿੱਚ ਅੱਗੇ ਆਉਣਗੀਆਂ। ਸੋ ਇਹ ਚੀਜ਼ਾਂ ਬੜੀਆਂ ਬਣ ਰਹੀਆਂ। ਪਲਾਂਟਸ ਦੇ ਉੱਤੇ ਬੜਾ ਸਾਡੇ ਕੋਲ ਹਿੰਦੁਸਤਾਨ ਦੇ ਵਿੱਚ ਸਾਰੇ ਮੈਡੀਸਨਲ ਪਲਾਂਟਸ ਦਾ ਡੇਟਾ ਬੜਾ ਇਕੱਠਾ ਹੋਇਆ। ਮੋਸਟਲੀ ਰਿਲਾਇਬਲ ਡੇਟਾ ਉਹਨਾਂ ਦਾ ਐਂਟੀ ਫੰਗਲ, ਐਂਟੀ ਬੈਕਟੀਰੀਅਲ, ਐਂਟੀ ਦਿਸ, ਐਂਟੀ ਦੈਟ ਹੁੰਦਾ। ਪਰ ਪ੍ਰੋ ਹੈਲਥ ਨੂੰ ਕੌਣ ਇੰਪਰੂਵ ਕਰਦਾ, ਇਹਦੇ ਉੱਤੇ ਸਾਇੰਸ ਦੇ ਕੋਲ ਡੇਟਾ ਇਕੱਠਾ ਕਰਨਾ ਬੜਾ ਮੁਸ਼ਕਲ ਰਹਿੰਦਾ, ਹਾਂਜੀ। ਪਰ ਇਹ ਇੱਕ ਏਰੀਆ ਜ਼ਰੂਰ ਹੈ ਕਿ ਹਾਂ ਵਿਟਾਮਿਨਸ ਲਵੋ, ਹਾਂਜੀ, ਵਿਟਾਮਿਨਾਂ ਨੂੰ, ਪਰ ਉਹਨਾਂ ਨੂੰ ਉਸੇ ਹੀ ਆਪਣੇ ਦਿਮਾਗ ਨਾਲ ਸੋਚ ਕੇ ਕਿ ਤੁਹਾਡੇ 'ਚ ਕੋਈ ਕਿਸੇ ਦੀ ਕਮੀ ਹੈ ਕਿ ਨਹੀਂ ਹੈ, ਕਿ ਤੁਸੀਂ ਉਵੇਂ ਮਨ ਦੀ ਪ੍ਰਸੰਨਤਾ ਲਈ ਲੈ ਰਹੇ ਹੋ ਕਿ ਕਿਸੇ ਕੰਮ ਲਈ ਲੈ ਰਹੇ ਹੋ। ਕਿਉਂਕਿ ਵਿਟਾਮਿਨਾਂ ਨੂੰ ਹਜ਼ਮ ਕਰਨਾ, ਵਰਤਣਾ, ਉਹਨੂੰ ਅੱਗੇ ਵਧਾਉਣ ਦੇ ਵਿੱਚ ਸਾਡੇ ਇੱਕ ਹੋਰ ਸਰੀਰ ਦੇ ਅੰਗ ਦਾ ਬੜਾ ਰੋਲ ਹੈ। ਉਹਨੂੰ ਅਸੀਂ ਕਹਿੰਦੇ ਹਾਂ ਮਾਈਕਰੋਫਲੋਰਾ। ਸਾਡੇ ਸਰੀਰ ਅੰਦਰ ਮੇਰੇ ਖਿਆਲ ਮੈਂ ਕੱਲ੍ਹ ਵੀ ਜਰਾ ਕੁ ਗੱਲ ਕੀਤੀ ਸੀ, ਕੋਈ 10 ਲੱਖ ਵੱਖ-ਵੱਖ ਕਿਸਮ ਦੇ ਬੈਕਟੀਰੀਆ ਹੁੰਦੇ ਨੇ ਤੇ ਉਹਨਾਂ ਦਾ ਜਿੰਨਾ ਨੰਬਰ ਹੈ ਨਾ ਕਿ ਜੇ ਅਸੀਂ ਕਹੀਏ ਸਾਡੇ ਬੋਡੀ ਵਿੱਚ 13 ਟ੍ਰਿਲੀਅਨ ਸੈੱਲ ਨੇ ਤੇ ਉਹ ਬੈਕਟੀਰੀਆ ਜਿਹੜੇ ਨੇ ਉਹ ਕਈ ਵਾਰੀ 20 ਟ੍ਰਿਲੀਅਨ ਹੈਗੇ ਨੇ। ਪਰ ਕਿਉਂਕਿ ਹਾਂਜੀ, ਸੋ ਉਹਦਾ ਕੀ ਰੋਲ ਹੈ ਮਾਈਕਰੋਬਾਇਓਮ ਦਾ, ਉਹੋ ਜਿਹੀਆਂ ਵੀ ਚੀਜ਼ਾਂ ਬਣ ਰਹੀਆਂ ਜਿਨ੍ਹਾਂ ਨੂੰ ਪ੍ਰੀਬਾਇਓਟਿਕਸ ਤੇ ਪ੍ਰੋਬਾਇਓਟਿਕਸ ਕਹਿੰਦੇ ਨੇ। ਪਰ ਉਹੀ ਮੈਨੂੰ ਦਿੱਕਤ ਜ਼ਰੂਰ ਆ ਜਾਂਦੀ ਹੈ ਕਿ ਗੱਲ ਵੱਧ ਜਾਂਦੀ ਹੈ, ਟਾਈਮ ਵੀ ਮੁੱਕ ਜਾਂਦਾ ਵੈ। ਸੋ ਕੱਲ੍ਹ ਅਸੀਂ ਗੱਲ ਇੱਥੋਂ ਹੀ ਸ਼ੁਰੂ ਕਰਾਂਗੇ
ਕਿ ਪ੍ਰੀਬਾਇਓਟਿਕ ਤੇ ਪ੍ਰੋਬਾਇਓਟਿਕ ਤੇ ਉਹ ਜਿਹੜੇ ਮਿਨਰਲਸ ਦੀ ਗੱਲ ਸੀ, ਮਾਈਕਰੋ ਨਿਊਟ੍ਰੀਐਂਟ, ਜ਼ਿੰਕ, ਮੈਂਗਨੀਜ਼, ਮੈਗਨੀਸੀਅਮ, ਕੈਲਸ਼ੀਅਮ, ਇਹ ਵੀ ਸਾਰੇ ਉਸੇ ਕੈਟੇਗਰੀ ਚ ਆਉਂਦੇ ਜਿਨ੍ਹਾਂ ਦੇ ਇੱਕ ਸਰਟਨ ਲੈਵਲ ਹੈਗੇ ਨੇ, ਜਿਹੜੇ ਜਵਾਨੀ ਵੇਲੇ ਕਾਫੀ ਹੱਦ ਤੱਕ ਮੇਨਟੇਨ ਰਹਿੰਦੇ ਨੇ, ਫਿਰ ਬੁਢੇਪੇ ਦੇ ਪੜਾਅ ਦੇ ਵਿੱਚ ਉਹ ਹੌਲੀ ਹੌਲੀ ਬੋਡੀ ਉਹਨਾਂ ਨੂੰ ਸਾਂਭਣ ਜੋ ਘਟ ਜਾਂਦੀ ਹੈ, ਤੇ ਉਹਨਾਂ ਨੂੰ ਵੀ ਜੇ ਲੈਣ ਦੀ ਲੋੜ ਪਵੇ ਡਾਕਟਰ ਦੀ ਰეკਮੈਂਡੇਸ਼ਨ ਤੇ ਚੈਕਿੰਗ ਤੋਂ ਬਾਅਦ, ਉਹਦੇ ਵਿੱਚ ਕੋਈ ਗੜਬੜ ਕੋਈ ਨਹੀਂ। ਪਰ ਮੈਜਿਕ ਨਹੀਂ ਜਾਏਗਾ ਕਿ ਗੋਲੀ ਲਈ ਤੇ ਜਵਾਨ ਹੋ ਗਏ। ਹਾਂਜੀ, फिर कल मिलिए फिर। चलो आज की मुलाकात बस इतनी।